मैं कदी नहीं सोचा सीगा कि मैं अपना बॉम्बे छड्ड के पंजाब शिफ्ट हो जूँगी। फैमिली ਨੂੰ ਬਿਲੋਂਗ ਕਰਦੀ ਹਾਂ ਕਿ ਮਤਲਬ ਮੈਂ ਛੋਟੇ ਹੁੰਦਿਆਂ ਤੋਂ ਹੀ ਧਰਨੇ ਵੇਖੇ ਆ। ਜਦੋਂ ਅਕਾਲੀ ਦਲ ਦੀ ਗੱਲ ਉੱਠੀ ਸੀਗੀ ਮੈਨੂੰ ਆਫਰ ਜ਼ਰੂਰ ਹੋਈ ਸੀਗੀ ਬਟ ਮੈਂ ਜੁਆਇਨ ਨਹੀਂ ਕੀਤੀ। ਉਹ ਤੇ ਆਮ ਆਦਮੀ ਪਾਰਟੀ ਦੀ ਵੀ ਆਫਰ ਹੋਈ ਸੀਗੀ। ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਅਪਰੋਚ ਕੀਤਾ ਕਿਉਂਕਿ ਮੇਰੀਆਂ ਕੁਝ ਆਈਡੀਓਲੋਜੀਜ਼ ਅੱਡ ਆ ਉਹਨਾਂ ਨਾਲੋਂ, ਹੈ ਨਾ। ਉਹ ਮੈਨੂੰ ਲੱਗਦਾ ਵੀ ਕਾਮਰੇਡ ਬਣਨਾ ਬਹੁਤ ਔਖਾ ਹੈ ਕਿ ਕਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਕੋਈ ਇਨਸਾਨ ਕਿੰਨੀ ਹੱਦ ਤੱਕ ਡਿੱਗ ਜਾਂਦਾ ਹੈ ਕਿਸੇ ਨੂੰ ਬਦਨਾਮ ਕਰਨ ਪਿੱਛੇ। ਔਰ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਇਸ ਅੰਦੋਲਨ ਦੇ ਵਿੱਚ ਅੱਗੇ ਨਾ ਵੱਧ ਸਕਾਂ। ਝੂਠ ਤੁਹਾਡੇ ਉੱਤੇ ਥੋਪ ਰਹੇ ਆ, ਉੱਤੋਂ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਇੱਕ ਲਾਗਤਬਾਜ਼ੀ, ਸਾਰੇ 117 ਸੀਟਾਂ ਦੇ ਕਰਪਸ਼ਨ ਕਰ ਰਹੇ ਨੇ, ਰੇਤ ਮਾਫੀਆ ਕਰ ਰਹੇ ਨੇ, ਚੋਰ ਨੇ। ਮੈਂ ਕਿਸੇ ਨੂੰ ਸਪੋਰਟ ਨਹੀਂ ਕਰਦੀ। ਪਹਿਲੇ ਦਿਨ ਤੋਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਸਾਡੇ ਅੰਮ੍ਰਿਤਸਰ ਤੋਂ, ਔਰ ਉਦੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਔਰ ਇੰਨਾ ਮੈਨੂੰ ਲੱਗਦਾ ਰਾਜੇਵਾਲ ਸਾਹਿਬ ਵੀ ਨਹੀਂ ਹਜੇ ਗਏ ਹੋਣੇ ਪਿੰਡਾਂ ਦੇ ਵਿੱਚ ਅੰਦੋਲਨ ਦੇ ਦੌਰਾਨ। ਔਰ ਇੱਕ ਬਹੁਤ ਵੱਡੀ ਮਹਾਪੰਚਾਇਤ ਕਰਵਾਈ ਰਾਜਸਾਂਸੀ 'ਚ ਜਿੱਥੇ 35 ਤੋਂ 40 ਹਜ਼ਾਰ ਦਾ ਇਕੱਠ ਸੀਗਾ। ਇਹ ਸੋਨੀਆ ਮਾਨ ਨੇ ਕੀਤਾ। ਸੋਨੀਆ ਮਾਨ ਯੂਪੀ ਲਖੀਮਪੁਰ ਖੀਰੀ ਸਭ ਤੋਂ ਪਹਿਲਾਂ ਪਹੁੰਚੀ। ਉਸ ਤੋਂ ਬਾਅਦ ਦੂਜੀ ਵਾਰੀ ਜਦੋਂ ਗਈ 5 ਜ਼ਿਲ੍ਹਿਆਂ ਦੀ ਪੁਲਿਸ ਨੇ ਫੜ ਕੇ ਸੋਨੀਆ ਮਾਨ ਨੂੰ ਕੱਢਿਆ ਜਦੋਂ ਕਿਸੇ ਨੇ ਸਾਥ ਨਹੀਂ ਦਿੱਤਾ। ਸਤਿ ਸ਼੍ਰੀ ਅਕਾਲ ਵੀ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ। ਤੁਹਾਨੂੰ ਅੱਜ ਉਸ ਚਿਹਰੇ ਦੇ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਹਾਂ ਦਾ ਨਾਰਾ ਲਗਾਇਆ, ਅੱਗੇ ਵੱਧ ਚੜ੍ਹ ਕੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਪਾਈ। ਉਸ ਤੋਂ ਬਾਅਦ ਕਿਤੇ ਨਾ ਕਿਤੇ ਜੇ ਗੱਲ ਕਰੀਏ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਤੇ ਸਾਰੀਆਂ ਚੀਜ਼ਾਂ ਦੇ ਬਾਬਤ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਸੋਨੀਆ ਮਾਨ ਜੀ ਮੌਜੂਦ ਨੇ। ਜੇ ਆਪਾਂ ਗੱਲ ਕਰੀਏ ਪੂਰਾ ਕਿਸਾਨੀ ਅੰਦੋਲਨ ਦੇ ਰਿਗਾਰਡਿੰਗ, ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ, ਹਾਂ ਦਾ ਨਾਰਾ ਲਗਾਇਆ, ਪੂਰੀ ਬਹੁਤ ਵਧੀਆ ਸ਼ੁਰੂਆਤ ਕੀਤੀ, ਤੁਹਾਡੀ ਲੋਕਾਂ ਨੇ ਸਪੋਰਟ ਵੀ ਕੀਤੀ। ਉਸ ਸਫ਼ਰ ਬਾਰੇ ਜੇ ਗੱਲ ਕਰੀਏ ਕਿਹੋ ਜਿਹਾ ਸਫ਼ਰ ਰਿਹਾ ਤੁਹਾਡਾ? ਬਹੁਤ ਇੰਟਰਸਟਿੰਗ ਰਿਹਾ ਕਿਉਂਕਿ ਮੇਰਾ ਪਹਿਲਾ ਕਿਸਾਨੀ ਮੋਰਚਾ ਸੀਗਾ। ਬਹੁਤ ਕੁਝ ਸਿੱਖਣ ਲਈ ਮਿਲਿਆ। ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਮੈਂ ਆਪਣਾ ਬੌਂਬੇ ਛੱਡ ਕੇ ਪੰਜਾਬ ਸ਼ਿਫਟ ਹੋ ਜੂੰਗੀ। ਔਰ ਹੁਣ ਤੇ ਅਸੀਂ ਕਿਸਾਨੀ ਮੋਰਚਾ ਜਿੱਤ ਵੀ ਚੁੱਕੇ ਹਾਂ ਬਟ ਰਾਈਟ ਨਾਓ ਵੀ ਮੈਂ ਇੱਥੇ ਹੀ ਹਾਂ। ਔਰ ਰਾਈਟ ਨਾਓ ਮੈਂ ਸਾਰਾ ਕੰਮ ਕਾਰ ਛੱਡ ਕੇ ਆਪਣਾ ਮੇਰਾ ਫੁੱਲੀ 100% ਜਿਹੜਾ ਇਨਵੋਲਵਮੈਂਟ ਆ ਉਹ ਕਿਸਾਨੀ ਮੋਰਚੇ ਦੇ ਵਿੱਚ ਹੈ। ਕਿਉਂਕਿ ਮੈਂ ਹੁਣੇ ਇਹ ਸੋਚਿਆ ਕਿ ਮੈਂ ਆਪਣੀ ਕਿਸਾਨੀ ਜਥੇਬੰਦੀ ਜਿਹੜੀ ਹੈ ਉਹ ਲਾਂਚ ਕਰਾਂ ਜਿਹਦਾ ਨਾਮ ਮੈਂ ਆਲਰੇਡੀ ਰੱਖਤਾ ਹੈ ਕਿਸਾਨ ਮਜ਼ਦੂਰ ਏਕਤਾ ਮੰਚ, ਜਿਹੜਾ ਹਰਿਆਣੇ ਦੇ ਵਿੱਚ ਲਾਂਚ ਕੀਤਾ ਹੈ। ਜੇ ਆਪਾਂ ਗੱਲ ਕਰੀਏ ਕਿ ਜਿਹੜਾ ਤੁਹਾਡਾ ਸਫ਼ਰ ਸੀ ਕਿਸਾਨੀ ਅੰਦੋਲਨ, ਉਹਦੇ ਵਿੱਚ ਤੁਸੀਂ ਬੇਸ਼ੱਕ ਕਾਫੀ ਨਾਮ ਵੀ ਕਮਾਇਆ ਪਰ ਕਿਤੇ ਨਾ ਕਿਤੇ ਤੁਹਾਨੂੰ ਵਿਰੋਧ ਦਾ ਸਾਹਮਣਾ ਵੀ ਜ਼ਰੂਰ ਕਰਨਾ ਪਿਆ। ਜੇ ਅਸੀਂ ਲਖੀਮਪੁਰ ਖੀਰੀ ਦੀ ਗੱਲ ਕਰੀਏ ਉੱਥੇ ਵੀ ਤੁਸੀਂ ਪਹੁੰਚੇ ਸੀ, ਗ੍ਰਿਫਤਾਰੀ ਹੋਈ ਪੂਰਾ, ਪਰ ਤੁਸੀਂ ਇੱਕ ਜਿਹੜਾ ਬਿਆਨ ਵੀ ਦਿੱਤਾ, ਰੋਸ ਜ਼ਾਹਰ ਕੀਤਾ ਕਿ ਕਿਸਾਨਾਂ ਨੇ, ਕਿਸਾਨ ਜਥੇਬੰਦੀਆਂ ਨੇ ਤੁਹਾਡਾ ਸਮਰਥਨ ਨਹੀਂ ਕੀਤਾ। ਉਸ ਬਾਰੇ ਤੁਹਾਡਾ ਕੀ? ਬਿਲਕੁਲ ਸਹੀ ਕਿਹਾ ਤੁਸੀਂ। ਕਿਉਂਕਿ ਜਦੋਂ ਕੋਈ ਵੀ ਇਨਸਾਨ ਜੁੜਦਾ ਹੈ ਕਿਸੇ ਵੀ ਮੂਵਮੈਂਟ ਦੇ ਨਾਲ ਤੇ ਉਹਦਾ ਪੂਰਾ ਉਸ ਇਨਸਾਨ ਬਾਰੇ ਪੁੱਛਣਾ ਚਾਹੀਦਾ ਹੈ। ਉਹ ਚੀਜ਼ ਮੈਨੂੰ ਉਗਰਾਹਾਂ ਜਥੇਬੰਦੀ ਦੀ ਬਹੁਤ ਵਧੀਆ ਲੱਗਦੀ ਹੈ। ਦੇ ਆਰ ਵੈਰੀ ਡਿਸਿਪਲਿਨ ਪੀਪਲ। ਉਹਨਾਂ ਦੇ ਵਿੱਚ ਇਹ ਹੈ ਵੀ ਹਾਂ ਉਹਨਾਂ ਦੀ ਜਿਹੜੇ ਵੀ ਜਥੇਬੰਦੀ ਤੋਂ ਲੋਕ ਪਿੰਡਾਂ ਤੋਂ ਵੀ ਜਾਂਦੇ ਆ ਇੱਕ ਪੂਰੀ ਆਪਣੀ ਲਿਸਟ ਬਣਾ ਕੇ ਔਰ ਉਹਨਾਂ ਦਾ ਖਿਆਲ ਰੱਖਦੇ ਆ ਕਿ ਕੌਣ ਜਥੇਬੰਦੀ ਵੱਲੋਂ ਜਾ ਰਿਹਾ, ਕੌਣ ਆ ਰਿਹਾ, ਹੈ ਨਾ। ਪ੍ਰੋਪਰ ਉਹਦੇ ਵੱਲ ਧਿਆਨ ਦਿੰਦੇ ਆ। ਐਵੇਂ ਸਾਡੇ ਜਿਹੜੇ ਬਾਕੀ ਜਥੇਬੰਦੀਆਂ ਉਹ ਇੰਨਾ ਜ਼ਿਆਦਾ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੀਆਂ। ਬਿਕਾਜ਼ ਉਹ ਮੈਂ ਟਿਕਰੀ ਬਾਰਡਰ 'ਤੇ ਵੀ ਦੇਖਿਆ ਸੀਗਾ ਜਦੋਂ ਤੰਬੂ ਲੱਗੇ ਹੋਏ ਸੀਗੇ, ਲੋਕੀ ਆਪਣੇ ਆਪ ਮੁਹਾਰੇ ਹੋ ਕੇ ਉੱਥੇ ਆਏ ਸੀਗੇ। ਕਿਸੇ ਵੀ ਜਥੇਬੰਦੀ ਨੇ ਜਾ ਕੇ ਨਹੀਂ ਪੁੱਛਿਆ ਵੀ ਤੁਹਾਡਾ ਤੰਬੂ ਟੁੱਟ ਗਿਆ ਜਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਕੁਛ ਹੈ, ਹੈ ਨਾ। ਉਹ ਜਿੰਨਾ ਯੂਨਾਈਟਿਡ ਸਿੱਖਸ ਹੋ ਗਿਆ, ਜਿਵੇਂ ਸਿੱਖ ਸੰਗਤ ਹੋ ਗਈ, ਜਿਵੇਂ ਖਾਲਸਾ ਏਡ ਹੋ ਗਿਆ, ਹੈ ਨਾ, ਜਾਂ ਸਾਡੀ ਮਾਈ ਭਾਗੋ ਚੈਰਿਟੀ, ਅਸੀਂ ਜਾ ਕੇ ਉਹਨਾਂ ਦੇ ਟੈਂਟਸ ਬਣਾਉਣੇ ਔਰ ਉਹਨਾਂ ਦੀਆਂ ਚੀਜ਼ਾਂ ਦੇਖਣੀਆਂ। ਬਟ ਮੈਨੂੰ ਇਹ ਲੱਗਦਾ ਹੈ ਕਿ ਜਥੇਬੰਦੀ ਜਿਹਦੇ ਨਾਲ ਲੋਕੀ ਜੁੜਦੇ ਨੇ ਉਹਨਾਂ ਨੂੰ ਉਹ ਲੋਕਾਂ ਦਾ ਪ੍ਰੋਪਰ ਉਸ ਤੋਂ ਬਾਅਦ ਪੁੱਛਣਾ ਵੀ ਚਾਹੀਦਾ ਹੈ, ਜੋ ਮੈਂ ਫੇਸ ਕੀਤਾ ਸੀਗਾ। ਇਸੇ ਕਰਕੇ ਮੇਰੀ ਮਾਈ ਭਾਗੋ ਚੈਰਿਟੀ ਦੇ ਨਾਲ ਮੈਂ ਆਪਣੀ ਕਿਸਾਨ ਜਥੇਬੰਦੀ ਬਣਾਈ ਹੈ ਔਰ ਉਹ ਹਰਿਆਣੇ ਵਾਲਿਆਂ ਦੇ ਕਹਿਣ 'ਤੇ ਬਣਾਈ ਹੈ, ਕਿਸਾਨ ਮਜ਼ਦੂਰ ਏਕਤਾ ਮੰਚ, ਜਿਹੜਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਬਣਾਵਾਂਗੇ ਔਰ ਯੂਪੀ ਦੇ ਵਿੱਚ ਆਲਰੇਡੀ ਬਿਲਡਅਪ ਹੋ ਚੁੱਕਿਆ। ਜਦੋਂ ਸੋਨੀਆ ਮਾਨ ਕਿਸਾਨੀ ਅੰਦੋਲਨ ਦੇ ਵਿੱਚ ਪਹਿਲ ਕਰਦੀ ਸ਼ੁਰੂਆਤ ਕਰਦੇ ਆ, ਉਦੋਂ ਕੀ ਸੋਚ ਕੇ, ਮਤਲਬ ਪਹਿਲਾਂ ਤੁਸੀਂ ਇੱਕ ਆਪਣੀ ਅਲੱਗ ਦੁਨੀਆ 'ਚ ਹੁੰਦੇ ਹੋ, ਇੱਕਦਮ ਤੁਸੀਂ ਕਿਸਾਨੀ ਅੰਦੋਲਨ 'ਚ ਆਉਂਦੇ ਹੋ, ਕੀ ਸੋਚ ਕੇ ਆਉਂਦੇ ਹੋ? ਕੀ ਤੁਹਾਡੇ ਅੰਦਰ ਪਹਿਲੀ ਸੋਚ ਸੀ ਕਿ ਮੈਂ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨੀ?
ਵੇਖੋ ਮੇਰੇ ਫਾਦਰ ਦੀ ਖੁਦ ਦੀ ਜਥੇਬੰਦੀ ਸੀਗੀ, ਪੰਜਾਬ ਸਟੇਟ ਲੈਵਲ ਦੇ ਲੀਡਰ ਸੀਗੇ ਕਿਰਤੀ ਕਿਸਾਨ ਯੂਨੀਅਨ ਦੇ ਉਹ, ਔਰ ਉਹ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਹਮੇਸ਼ਾ ਆਵਾਜ਼ ਚੁੱਕੀ ਹੈ ਔਰ ਸ਼ਹਾਦਤ ਪਾ ਲਈ। ਸੋ ਮੈਂ ਬੇਸਿਕਲੀ ਉਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਕਿ ਮਤਲਬ ਮੈਂ ਛੋਟੇ ਹੁੰਦਿਆਂ ਤੋਂ ਹੀ ਧਰਨੇ ਵੇਖੇ ਹੈ ਔਰ ਛੋਟੇ ਹੁੰਦਿਆਂ ਤੋਂ ਜਾਂਦੀ ਰਹੀ ਹਾਂ, ਔਰ ਮੈਂ ਜਦ ਕਿ ਮੈਂ ਆਪਣੇ ਫਾਦਰ ਨੂੰ ਨਹੀਂ ਦੇਖਿਆ, ਬਟ ਮੇਰੇ ਭਗਤ ਸਿੰਘ ਬਿਲਗਾ ਜੀ ਦੀ ਕੰਪਨੀ 'ਚ ਬਿਮਲਾ ਡਾਂਗ, ਸਤਪਾਲ ਡਾਂਗ, ਇਹਨਾਂ ਦੇ ਨਾਲ ਲਾਈਕ ਦੇਸ਼ ਭਗਤੀ ਯਾਦਗਾਰ ਹਾਲ ਦੇ ਮੇਲੇ ਦੇ ਵਿੱਚ ਜਲੰਧਰ ਜਾਣਾ। ਸੋ ਮੇਰਾ ਇਹ ਜਿਹਾ ਇੱਕ ਮਾਹੌਲ ਰਿਹਾ ਆ ਫੈਮਿਲੀ ਦੇ ਵਿੱਚ। ਮੇਰੇ ਫਾਦਰ ਦੀ ਹਰ ਸਾਲ ਬਰਸੀ ਮਨਾਉਂਦੇ ਸੀਗੇ ਔਰ ਉੱਥੇ ਨਾਟਕ ਵੀ ਹੁੰਦੇ ਸੀਗੇ, ਗੁਸ਼ਨ ਭਾਜੀ, ਭਾਈ ਮੰਨਾ ਸਿੰਘ ਆਉਂਦੇ ਸੀਗੇ। ਸੋ ਲਾਈਕ ਮੈਂ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਨਿਚੋੜ ਹੈ ਨਾ, ਉਹ ਸੋਨੀਆ ਮਾਨ ਹੈ। ਸੋ ਅੱਜ ਜੋ ਵੀ ਮੈਂ ਕਰ ਰਹੀ ਹਾਂ, ਮੈਂ ਭਾਵੇਂ ਮੈਨੂੰ ਮੈਂ ਕਿਸਾਨ ਜਥੇਬੰਦੀ ਜਿਹੜੀ ਕਿਰਤੀ ਕਿਸਾਨ ਯੂਨੀਅਨ ਆ, ਮੈਂ ਉਹਨਾਂ ਦੇ ਨਾਲ ਮਤਲਬ ਉਹਨਾਂ ਦਾ ਝੰਡਾ ਹਜੇ ਨਹੀਂ ਚੱਕਿਆ ਮੇਰੇ ਫਾਦਰ ਵਾਲਾ, ਬਟ ਬਿਕਾਜ਼ ਮੈਂ ਕਿਉਂਕਿ ਮੇਰੀਆਂ ਕੁਛ ਆਈਡੀਓਲੋਜੀਜ਼ ਅੱਡ ਆ ਉਹਨਾਂ ਨਾਲੋਂ, ਹੈ ਨਾ। ਉਹ ਮੈਨੂੰ ਲੱਗਦਾ ਵੀ ਕਾਮਰੇਡ ਬਣਨਾ ਬਹੁਤ ਔਖਾ ਆ, ਔਰ ਮੈਂ ਕਾਮਰੇਡ ਹੈ ਨਹੀਂ। ਕਿਤੇ ਨਾ ਕਿਤੇ ਮੈਂ ਰਿਲੀਜਨ ਨੂੰ ਵੀ ਬਿਲੀਵ ਕਰਦੀ ਹਾਂ ਔਰ ਮੈਂ ਇੱਕ ਡਿਫਰੈਂਟ ਇਨਸਾਨ ਹਾਂ, ਬਿਕਾਜ਼ ਮੈਂ ਆਈ ਬਿਲੀਵ ਮੈਂ ਇੱਥੋਂ ਨਿਕਲ ਕੇ ਬੰਬੇ ਦਾ ਸਫ਼ਰ ਵੀ ਤੈਅ ਕਰ ਲਿਆ, ਬੰਬੇ ਵੀ ਦੇਖਿਆ, ਸਾਊਥ ਵੀ ਦੇਖਿਆ, ਫਿਲਮਾਂ ਵੀ ਕੀਤੀਆਂ। ਸੋ ਆਲ ਓਵਰ ਫੋਰਨ ਸਾਰੀਆਂ ਕੰਟਰੀਜ਼ 'ਚ ਜਾ ਆਈ ਹਾਂ ਮੈਂ, ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਦੇਖੀਆਂ ਆ। ਸੋ ਉਹਨਾਂ ਸਾਰੀਆਂ ਨੂੰ ਵੇਖਦੇ ਹੋਏ, ਉਹਦਾ ਨਿਚੋੜ ਕੱਢਦੇ ਹੋਏ ਮੈਂ ਇੱਕ ਡਿਫਰੈਂਟ ਇਨਸਾਨ ਆਲ ਟੂਗੈਦਰ। ਔਰ ਜਿਹੜੀ ਮੇਰੀ ਜਥੇਬੰਦੀ ਜਿਹੜੀ ਮੈਂ ਬਣਾਈ ਹੈ, ਉਹਦੇ ਵਿੱਚ ਮੈਂ ਜ਼ਿਆਦਾ ਤੋਂ ਜ਼ਿਆਦਾ ਯੁਵਾ ਔਰ ਜ਼ਿਆਦਾ ਤੋਂ ਜ਼ਿਆਦਾ ਕੁੜੀਆਂ ਦੀ ਸ਼ਮੂਲੀਅਤ ਜ਼ਿਆਦਾ ਹੋਊਗੀ। ਜਿਵੇਂ ਕਿ ਅੱਜ ਵੀ ਅਸੀਂ ਮਾਈ ਭਾਗੋ ਚੈਰਿਟੀ ਦੇ ਵਿੱਚ ਸਾਡੇ ਪਿੰਡ ਤੋਂ ਸਿਲਾਈ ਮਸ਼ੀਨਾਂ ਦੇ ਕੇ ਆਏ ਹਾਂ, ਸਿਲਾਈ ਸੈਂਟਰਸ ਖੋਲ੍ਹ ਰਹੇ ਹਾਂ ਪਿੰਡਾਂ ਦੇ ਵਿੱਚ, ਤਾਂ ਕਿ ਕੁੜੀਆਂ ਨੂੰ ਅਸੀਂ ਰੋਜ਼ਗਾਰ ਦੇ ਸਕੀਏ। ਜਦ ਸੋਨੀਆ ਮਾਨ ਦਾ ਵਿਰੋਧ ਹੁੰਦਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ, ਜਾਂ ਆਪਾਂ ਗੱਲ ਕਰੀਏ ਰਾਜਨੀਤੀ ਦੇ ਵਿੱਚ ਵੀ, ਚਰਚਾਵਾਂ ਉੱਠੀਆਂ ਸੀ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ, ਜਾਂ ਕਾਫੀ ਵਿਵਾਦਿਤ ਭਰਿਆ ਉਹ ਸਮਾਂ ਸੀ, ਜਾਂ ਤੁਹਾਡੇ 'ਤੇ ਬਹੁਤ ਜ਼ਿਆਦਾ ਟਿੱਪਣੀਆਂ ਹੋਈਆਂ ਸੀ। ਕਦੀ ਸੋਨੀਆ ਮਾਨ ਨੇ ਉਸ ਦੌਰਾਨ, ਉਸ ਟਾਈਮ ਪੀਰੀਅਡ ਦੇ ਵਿੱਚ ਸੋਚਿਆ ਹੋਵੇ ਕਿ ਕਿਉਂ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਆਈ, ਜਾਂ ਕਿੰਨੀ ਮੈਨੂੰ ਹੁਣ ਲੋਕਾਂ ਦੀ ਗੱਲਾਂ ਸੁਣਨੀਆਂ ਪੈਂਦੀਆਂ? ਕਦੀ ਸੋਨੀਆ ਮਾਨ ਨੇ ਅਜਿਹਾ ਸੋਚਿਆ? ਵੇਖੋ ਸਿੱਖਣ ਲਈ ਮਿਲਦਾ ਹੈ ਬਹੁਤ ਕੁਛ। ਜਦੋਂ ਅਕਾਲੀ ਦਲ ਦੀ ਗੱਲ ਉੱਠੀ ਸੀਗੀ, ਮੈਨੂੰ ਆਫਰ ਜ਼ਰੂਰ ਹੋਈ ਸੀਗੀ, ਬਟ ਮੈਂ ਜੁਆਇਨ ਨਹੀਂ ਕੀਤੀ। ਉਹ 'ਤੇ ਆਮ ਆਦਮੀ ਪਾਰਟੀ ਦੀ ਵੀ ਆਫਰ ਹੋਈ ਸੀਗੀ, ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਅਪਰੋਚ ਕੀਤਾ, ਬਟ ਹਾਂ ਉਹ ਕੁਛ IT ਸੈੱਲਸ ਹੁੰਦੇ ਨੇ ਔਰ ਜਿਹੜੇ ਕਿ ਹਰ ਇੱਕ ਗਵਰਨਮੈਂਟ ਪਾਰਟੀ ਨੇ ਇਸ ਟਾਈਮ ਦੇ ਉੱਤੇ ਫੇਕ IDs ਬਣਾਈਆਂ ਹੋਈਆਂ ਨੇ, ਔਰ ਜਿਹੜੇ ਕਿ ਆਪਣੇ ਜਿਹੜੇ ਪਿੰਡਾਂ ਦੇ ਲੋਕ ਆ ਜਾਂ ਦੂਜੇ ਲੋਕ ਆ, ਉਹ ਉਸ ਚੀਜ਼ ਦਾ ਵਿਸ਼ਵਾਸ ਕਰ ਲੈਂਦੇ ਨੇ। ਚਲੋ ਮੈਂ ਤਾਂ ਇਸ ਇੰਡਸਟਰੀ ਨੂੰ ਬਿਲੋਂਗ ਕਰਦੀ ਹਾਂ, ਸੋ ਮੈਨੂੰ ਪਤਾ ਹੈ ਅੱਜ ਕੱਲ੍ਹ ਮੀਡੀਆ ਚੱਲਦਾ ਕਿਸ ਤਰੀਕੇ ਦੇ ਨਾਲ ਆ। ਸੋ ਇਹ ਝੂਠੇ IT ਸੈੱਲ ਆ ਜਿਹੜੇ ਝੂਠਾ ਪ੍ਰਚਾਰ ਕਰਾਉਂਦੇ ਨੇ, ਝੂਠੀਆਂ ਗੱਲਾਂ ਕਰਦੇ ਨੇ। ਬਾਕੀ ਸਿੱਖਣ ਲਈ ਮਿਲਿਆ ਬਹੁਤ ਕੁਛ ਕਿ ਕਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਕੋਈ ਇਨਸਾਨ ਕਿੰਨੀ ਹੱਦ ਤੱਕ ਡਿੱਗ ਜਾਂਦਾ ਹੈ ਕਿਸੇ ਨੂੰ ਬਦਨਾਮ ਕਰਨ ਪਿੱਛੇ। ਔਰ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਇਸ ਅੰਦੋਲਨ ਦੇ ਵਿੱਚ ਅੱਗੇ ਨਾ ਵੱਧ ਸਕਾਂ ਔਰ ਇਸ ਅੰਦੋਲਨ ਨੂੰ ਛੱਡ ਕੇ ਵਾਪਸ ਚਲ ਜਾ, ਭਾਵੇਂ ਕਿ ਉਹ ਮੇਰੇ ਫਾਦਰ ਸਾਹਿਬ ਦੇ ਝੂਠੇ ਇਲਜ਼ਾਮ ਦੀ ਗੱਲ ਹੋਵੇ, ਭਾਵੇਂ ਮੇਰੇ 'ਤੇ ਝੂਠੇ ਇਲਜ਼ਾਮ ਦੀ ਗੱਲ ਹੋਵੇ, ਭਾਵੇਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹੋਣ। ਬਹੁਤ ਤਰੀਕੇ ਦੇ ਵਿਵਾਦਿਤ ਚੀਜ਼ਾਂ ਦੇ ਵਿੱਚ ਮੈਨੂੰ ਉਲਝਣ ਦੀ ਮਤਲਬ ਉਲਝਣਾ ਪਿਆ, ਔਰ ਭਾਵੇਂ ਮੇਰੇ 'ਤੇ ਇਹਨਾਂ ਨੇ 9 ਪਰਚੇ ਝੂਠੇ ਵੀ ਕੀਤੇ ਸੀਗੇ। ਸੋ ਮੈਨੀ ਥਿੰਗਸ। ਮਤਲਬ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਸੱਚ ਦੇ ਰਾਹ 'ਤੇ ਚੱਲਦੇ ਹੋ ਨਾ, ਉਦੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਔਰ ਉਹਦੇ ਵਾਸਤੇ ਬਹੁਤ ਹਿੰਮਤ ਦੀ ਲੋੜ ਹੈ। ਮਤਲਬ ਮੈਨੂੰ ਲੱਗਦਾ ਨਹੀਂ ਹੈ ਕਿ ਹਰ ਕੋਈ ਕੁੜੀ ਇਹ ਕਰ ਸਕਦੀ ਹੈ, ਬਿਕਾਜ਼ ਇਟਸ ਲਾਈਕ ਤੁਸੀਂ ਡਿਪਰੈਸ਼ਨ 'ਚ ਚੱਲ ਜਾਂਦੇ ਹੋ, ਮੂਡ ਸਵਿੰਗਸ ਹੁੰਦੇ ਆ, ਤੁਹਾਨੂੰ ਲੱਗਦਾ ਵੀ ਤੁਸੀਂ ਕੀ ਕਰ ਰਹੇ ਹੋ। ਇੱਕ ਸਹੀ ਗੱਲ ਹੈ, ਕਈ ਵਾਰੀ ਲੱਗਦਾ ਹੈ ਕਿ ਲਾਈਕ ਤੁਸੀਂ ਇੰਨੀ ਵਧੀਆ ਜ਼ਿੰਦਗੀ ਦੇ ਵਿੱਚ ਸੀਗੇ, ਤੁਸੀਂ ਕਿੱਥੇ ਬੈਠੇ ਹੋ ਅੱਜ। ਮਤਲਬ ਲੋਕੀ, ਕਿਉਂਕਿ ਇੱਕ ਆਰਟਿਸਟ ਨੂੰ ਹਮੇਸ਼ਾ ਨਾ ਆਦਤ ਪਈ ਹੁੰਦੀ ਹੈ ਪੈਂਪਰਿੰਗ ਦੀ ਔਰ ਇੱਕ ਤਾਰੀਫ ਦੀ, ਔਰ ਕਦੀ ਗਾਲਾਂ ਨਹੀਂ ਕੱਢੀਆਂ ਕਿਸੇ ਨੇ, ਔਰ ਇੱਕਦਮ ਤੁਹਾਨੂੰ ਇੰਨਾ ਵਿਰੋਧ ਦਾ ਸਾਹਮਣਾ ਕਰਨਾ, ਝੂਠੀਆਂ ਗੱਲਾਂ ਦਾ, ਝੂਠ ਤੁਹਾਡੇ ਉੱਤੇ ਥੋਪ ਰਿਹਾ, ਉੱਤੋਂ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਇੱਕ ਲਾਗਤਬਾਜ਼ੀ, ਇੱਕ ਇੰਨੀ ਮਤਲਬ ਵਾਟ ਆਈ ਹੈਵ ਸੀਨ ਸੋ ਮੱਚ ਇਨ ਦਿਸ ਅੰਦੋਲਨ ਕਿ ਇੱਕ ਦੂਜੇ ਤੋਂ ਸੜਦੇ ਨੇ ਬਈ। ਮਤਲਬ ਅਸੀਂ ਸੋਚਦੇ ਹਾਂ ਵੀ ਲਾਈਕ ਕੋਈ ਵੀ ਬੰਦਾ ਇੱਥੇ ਕੰਮ ਕਰਨ ਵਾਸਤੇ ਆਇਆ, ਤੁਸੀਂ ਆਪਣੇ ਕੰਮ ਵੱਲ, ਆਪਣੀ ਜਥੇਬੰਦੀ ਵੱਲ, ਆਪਣੇ ਮੋਰਚੇ ਵੱਲ, ਇੱਕ ਚੰਗੇ ਆਪਣੇ ਏਜੰਡਾਜ਼ ਵੱਲ ਧਿਆਨ ਦਿਓ। ਨਹੀਂ, ਬਟ ਇੱਥੇ ਇੱਕ ਦੂਜੇ ਤੋਂ ਸੜਦੇ ਨੇ ਵੀ ਉਹ ਤੂੰ ਮੇਰੀ ਜਥੇਬੰਦੀ 'ਚ ਜੁੜ ਜਾ, ਤੂੰ ਮੇਰੀ 'ਚ ਜੁੜ ਜਾ, ਲਾਈਕ ਦੈਟ ਸੌਰਟ ਆਫ ਥਿੰਗਸ।
ਹੁਣ ਕਿਸਾਨਾਂ ਨੇ ਆਪਣੀ ਜਥੇਬੰਦੀ ਬਣਾਈ, ਕਿਸਾਨਾਂ ਨੇ ਆਪਣਾ ਕਿਸਾਨ ਸੰਯੁਕਤ ਮੋਰਚਾ ਬਣਾਇਆ, ਉਸ ਬਾਰੇ ਤੁਹਾਡੀ ਕੀ ਰਾਏ ਹੈ? ਕਿਉਂਕਿ ਪਹਿਲਾਂ ਉਹਨਾਂ ਦਾ ਇਹੀ ਨਾਰਾ ਸੀ ਕਿ ਪਹਿਲਾ ਮੋਰਚਾ ਹੈ, ਰਾਜਨੀਤੀ ਨਹੀਂ ਕਰਨੀ ਹੈ, ਤੇ ਜਿਹੜਾ ਰਾਜਨੀਤੀ 'ਚ ਆਵੇਗਾ ਉਹਦਾ ਬਾਈਕਾਟ ਹੋਵੇਗਾ। ਜਿਵੇਂ ਗੁਰਨਾਮ ਸਿੰਘ ਜੜੂਨੀ ਜੀ ਨੇ ਵੀ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀ ਉਹਨਾਂ ਦਾ ਬਾਈਕਾਟ ਹੋਇਆ। ਫਿਰ ਹੁਣ ਜਦੋਂ ਖੁਦ ਮੋਰਚਾ ਜਿਹੜਾ ਖੁਦ ਆਪਣੀ ਪਾਰਟੀ ਬਣਾਉਂਦਾ ਪਿਆ, ਵਿਧਾਨ ਸਭਾ ਚੋਣਾਂ ਲੜ ਰਿਹਾ, ਉਸ ਰਿਗਾਰਡਿੰਗ ਤੁਹਾਡੀ ਕੀ ਰਾਏ ਹੈ? ਵੇਖੋ, ਹਰ ਇੱਕ ਦਾ ਆਪਣੀ ਮਰਜ਼ੀ ਆ, ਹੈ ਨਾ। ਡੈਮੋਕ੍ਰੇਟਿਵ ਹੱਕ ਆ, ਜਿਹਨੇ ਇਲੈਕਸ਼ਨ ਲੜਨੀ ਆ ਉਹ ਲੜੇ, ਜਿਹਨੇ ਨਹੀਂ ਲੜਨੀ ਨਾ ਲੜੇ। ਬਟ ਮੈਨੂੰ ਇੱਥੋਂ ਤੱਕ ਲੱਗਦਾ ਕਿ ਕਿਸਾਨ ਜਿਹੜੇ ਮੇਨ ਲੀਡਰ ਆ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਸੀ, ਕਿ ਉਹਨਾਂ ਨੂੰ ਇੱਕ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਵਿੱਚ ਹੀ ਦਬਾਅ ਬਣਾ ਕੇ ਲੋਕਾਂ 'ਤੇ ਰੱਖਣਾ ਚਾਹੀਦਾ ਸੀਗਾ। ਪਰ ਮੈਂ ਉਹਨਾਂ ਦੇ ਵਿੱਚ ਨਾ ਜੈਲਸੀ ਫੈਕਟਰ ਬਹੁਤ ਵੇਖਿਆ ਹਰ ਇੱਕ ਇਨਸਾਨ ਦੇ ਵਿੱਚ। ਫਿਰ ਮੈਨੂੰ ਲੱਗਦਾ ਵੀ ਉਹਨਾਂ 'ਚ ਅਤੇ ਪੋਲੀਟੀਕਲ ਲੀਡਰਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮਤਲਬ ਮੈਂ ਇੱਕ ਇਨਸਾਨ ਦੇਖਿਆ ਹੈ ਇਸ ਜਥੇਬੰਦੀ ਔਰ ਇਸ ਮੋਰਚੇ ਦੇ ਦੌਰਾਨ ਜਿਹਦੇ ਵਿੱਚ ਪੋਜ਼ਿਟਿਵਿਟੀ ਬਹੁਤ ਹੈ, ਉਹ ਮੈਂ ਦੇਖੇ ਨੇ ਜੋਗਿੰਦਰ ਉਗਰਾਹਾਂ। ਮਤਲਬ ਹੀ ਗੋਟ ਪੋਜ਼ਿਟਿਵਿਟੀ, ਉਹਨਾਂ ਦਾ ਸਾਰਾ ਕੁਛ। ਮਤਲਬ ਮੈਂ ਕਹਿੰਦੀ ਹਾਂ ਵੀ ਮੈਂ ਆਪਣੇ ਫਾਦਰ ਨੂੰ ਨਹੀਂ ਦੇਖਿਆ, ਮਤਲਬ ਮੈਂ ਆਪਣੇ ਫਾਦਰ ਦੀ ਚਿੱਠੀ ਜ਼ਰੂਰ ਪੜ੍ਹੀ ਹੈ, ਬਟ ਆਫਟਰ ਦੈਟ ਜੇ ਮੈਨੂੰ ਕੁਛ ਸਿੱਖਣ ਲਈ ਮਿਲਿਆ, ਕਿਉਂਕਿ ਮੈਂ ਟਿਕਰੀ ਬਾਰਡਰ 'ਤੇ ਸੀਗੀ ਔਰ ਟਿਕਰੀ ਬਾਰਡਰ 'ਤੇ ਹੀ ਉਹਨਾਂ ਦਾ ਮੇਰੇ ਨਾਲ ਹੀ ਟੈਂਟ ਸੀਗਾ। ਉਹਨਾਂ ਨੇ ਮੈਨੂੰ ਇਮੋਸ਼ਨਲੀ ਮੈਂਟਲੀ ਬਹੁਤ ਸਪੋਰਟ ਕੀਤਾ ਹੈ ਉਸ ਦੌਰਾਨ, ਜਦੋਂ ਮੈਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਉਹਨਾਂ ਦੇ ਜਥੇਬੰਦੀ ਦੀਆਂ ਦੀਦੀਆਂ, ਆਂਟੀਆਂ, ਬਲਵਿੰਦਰ ਆਂਟੀ ਹੋਣੀ ਮੈਨੂੰ ਹਮੇਸ਼ਾ ਸਪੋਰਟ ਕਰਨ ਲਈ ਆਉਂਦੇ ਸੀਗੇ ਕਿ ਅਸੀਂ ਤੇਰੇ ਨਾਲ ਖੜ੍ਹੇ ਹਾਂ। ਮਤਲਬ ਹਮੇਸ਼ਾ ਉਹਨਾਂ ਨੇ ਮੈਨੂੰ ਮੈਂਟਲੀ ਸਪੋਰਟ ਕੀਤਾ, ਫ਼ੋਨ ਕਰਕੇ ਵੀ ਸਪੋਰਟ ਕੀਤਾ ਆ ਬੱਚਿਆਂ ਵਾਂਗੂ। ਸੋ ਬੇਸਿਕਲੀ ਮੈਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ। ਔਰ ਮੈਨੂੰ ਐਕਚੁਅਲੀ ਮੈਂ ਉਹਨਾਂ ਨੂੰ ਕੁਐਸਚਨ ਪੁੱਛਦੀ ਹੁੰਦੀ ਹਾਂ, ਅੰਕਲ ਤੁਸੀਂ ਕਿਉਂ ਨਹੀਂ ਇਲੈਕਸ਼ਨ ਲੜਦੇ, ਵੀ ਤੁਹਾਡੇ ਵਰਗੇ ਚੰਗੇ ਇਨਸਾਨ। ਅੰਕਲ ਕਹਿੰਦੇ ਵੀ ਨਹੀਂ, ਸੰਘਰਸ਼ ਹੀ ਜਿਹੜਾ ਸੰਘਰਸ਼ ਦੇ ਨਾਲ ਹੀ ਅਸੀਂ ਜਿੱਤ ਸਕਦੇ ਹਾਂ। ਜਿਹੜੇ ਲੋਕੀ ਇਲੈਕਸ਼ਨਸ ਦੇ ਵਿੱਚ ਆਉਂਦੇ ਨੇ ਉਹ ਉਹੋ ਜਿਹੇ ਹੋ ਜਾਂਦੇ ਆ। ਮਤਲਬ ਤੁਸੀਂ ਪੋਲੀਟਿਕਸ ਦੇ ਵਿੱਚ ਆ ਕੇ ਚੇਂਜ ਨਹੀਂ ਕਰ ਸਕਦੇ ਕੁਛ ਵੀ, ਸੰਘਰਸ਼ ਦੇ ਨਾਲ ਜਿੱਤਿਆ ਜਾ ਸਕਦਾ ਆ। ਸੋ ਮੈਂ ਇਹ ਗੱਲ ਉਹਨਾਂ ਤੋਂ ਸੱਚੀ ਗੱਲ ਆ ਲਾਜ਼ਮੀ ਤੌਰ ਦੇ ਉੱਤੇ ਸਿੱਖੀ ਹੈ ਕਿ ਸੰਘਰਸ਼ ਦੇ ਤੌਰ ਦੇ ਉੱਤੇ ਜਿੱਤਿਆ ਜਾ ਸਕਦਾ ਆ। ਔਰ ਇਸੇ ਕਰਕੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹ ਜਥੇਬੰਦੀ ਸਟਾਰਟ ਕੀਤੀ ਹੈ, ਕਿਸਾਨ ਮਜ਼ਦੂਰ ਏਕਤਾ ਮੰਚ। ਸੋਨੀਆ, ਆਪਾਂ ਅਕਸਰ ਅਸੀਂ ਦੇਖਿਆ ਕਿ ਹੁਣ ਜਿੰਨੀਆਂ ਵੀ ਤੁਸੀਂ ਇੰਟਰਵਿਊਜ਼ ਕੀਤੀਆਂ ਨੇ, ਤੇ ਤੁਸੀਂ ਭਾਵੁਕ ਹੁੰਦੇ ਜ਼ਰੂਰ ਨਜ਼ਰ ਆਏ ਆ, ਅੱਖਾਂ 'ਚੋਂ ਹੰਝੂ ਆਉਂਦੇ ਨੇ। ਉਹ ਇੰਟਰਵਿਊਜ਼ ਅਸੀਂ ਖੁਦ ਦੇਖੀਆਂ, ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਜੋ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਵਿਤਕਰਾ ਜਿਹੜਾ ਹੋਇਆ ਹੈ, ਜਾਂ ਫਿਰ ਜੇ ਕਹਿ ਸਕਦੇ ਕਿ ਸਪੋਰਟ ਨਹੀਂ ਮਿਲੀ, ਜੇ ਤੁਸੀਂ ਉਮੀਦ ਕਰ ਰਹੇ ਸੀਗੇ ਤੁਹਾਨੂੰ ਉਹ ਸਪੋਰਟ ਨਹੀਂ ਮਿਲੀ, ਉਹ ਜਿਹੜੀਆਂ ਅੱਖਾਂ 'ਚ ਤੁਸੀਂ ਹੰਝੂ ਕੱਢਦੇ ਹੋ ਕਿਤੇ ਨਾ ਕਿਤੇ ਜ਼ਰੂਰ ਬਿਆਨ ਕਰਦੇ ਹੋ, ਉਹਨੂੰ ਉਸ ਬਾਬਤ ਕੀ ਕਹੋਗੇ? ਮੈਂ ਤੁਹਾਨੂੰ ਉਵੇਂ ਕਿਹਾ ਜਿਵੇਂ ਕਿ ਮੈਂ ਸਪੋਰਟ ਦੀ ਗੱਲ ਜੇ ਕੀਤੀ ਜਾਵੇ, ਤੁਸੀਂ ਬਿਲਕੁਲ ਸਹੀ ਕਿਹਾ, ਕਿਸੇ ਨੇ ਮੈਂਟਲੀ ਸਪੋਰਟ ਨਹੀਂ ਦਿੱਤੀ ਸਿਵਾਏ ਜੋਗਿੰਦਰ ਉਗਰਾਹਾਂ। ਉਹਨਾਂ ਨਾਲ ਮੈਂ ਅੱਜ ਵੀ ਗੱਲ ਕਰ ਲੈਂਦੀ ਹਾਂ ਅਤੇ ਮੈਨੂੰ ਥੋੜ੍ਹਾ ਜਿਹਾ ਤਸੱਲੀ ਫੀਲ ਹੁੰਦੀ ਆ ਵੀ ਲਾਈਕ ਜਦੋਂ ਵੀ ਮੈਂ ਕੋਈ ਗੱਲ ਕਰਦੀ ਹਾਂ, ਪੁੱਛਦੀ ਹਾਂ, ਔਰ ਮੈਨੂੰ ਬੱਚਿਆਂ ਵਾਂਗੂ ਗਾਈਡ ਕਰਕੇ ਕਹਿ ਦਿੰਦੇ ਆ ਨਾ ਕਰ, ਤੇਰੇ ਵਾਸਤੇ ਚੰਗਾ ਨਹੀਂ ਹੈਗਾ। ਮਤਲਬ ਸਹੀ ਗਾਈਡ ਕਰਦੇ ਆ ਔਰ ਠੀਕ ਡਿਸੀਜਨ ਵੀ ਲੈ ਲੈਂਦੇ ਆ, ਔਰ ਮਤਲਬ ਮੇਰਾ ਸਾਥ ਵੀ ਦਿੱਤਾ ਆ ਉਹਨਾਂ ਨੇ। ਸੋ ਬੇਸਿਕਲੀ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ। ਬਾਕੀ ਜਿਹੜੀ ਗੱਲ ਰਹੀ ਕਿ ਸਹੀ ਗੱਲ ਹੈ, ਮੈਂ ਨਵੀਂ ਸੀਗੀ ਇਸ ਚੀਜ਼ ਦੇ ਵਿੱਚ, ਔਰ ਨਵੇਂ ਇਮੋਸ਼ਨਸ, ਨਵੀਆਂ ਚੀਜ਼ਾਂ ਸਿੱਖੀਆਂ। ਪਤਾ ਨਹੀਂ ਸੀਗੀ ਮੋਰਚਾ ਲੜੀ ਦਾ ਕਿਵੇਂ ਆ, ਚਲੇ ਗਏ ਬਸ ਉੱਥੇ ਜਾ ਕੇ ਰਹਿਣਾ ਸ਼ੁਰੂ ਕਰਤਾ। ਡਿਫਰੈਂਟ ਤਰ੍ਹਾਂ ਦੇ ਲੋਕਾਂ ਨੂੰ ਮਿਲੇ, ਡਿਫਰੈਂਟ ਪੰਚਾਇਤਾਂ ਅਟੈਂਡ ਕੀਤੀਆਂ, ਸਪੀਚਿਸ ਵੀ ਨਹੀਂ ਬੋਲਣੀਆਂ ਆਉਂਦੀਆਂ ਸੀਗੀਆਂ ਕਿ ਸਟੇਜ 'ਤੇ ਕਿਵੇਂ ਬੋਲਣਾ ਆ, ਔਰ ਕਿਸਾਨੀ ਦੇ ਬਾਰੇ ਜਾਣਨਾ। ਮਤਲਬ ਉੱਥੇ 1 ਸਾਲ ਦੇ ਵਿੱਚ ਕਿਸਾਨੀ ਬਾਰੇ ਜਾਣਨਾ ਸ਼ੁਰੂ ਕੀਤਾ, ਕਿਸਾਨਾਂ ਬਾਰੇ ਜਾਣਨਾ ਸ਼ੁਰੂ ਕੀਤਾ, ਕਿਸਾਨਾਂ ਦੀ ਪ੍ਰੋਬਲਮਸ ਨੂੰ ਡੀਪਲੀ ਸਟੱਡੀ ਕੀਤਾ। ਔਰ ਹੁਣ ਅਸੀਂ ਉਹੀ ਪਿੰਡਾਂ ਦੇ ਵਿੱਚ ਜਾ ਕੇ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਸਮਝਾਈਏ। ਹੁਣ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, 14 ਫਰਵਰੀ ਐਲਾਨ ਦਿੱਤੀ ਹੈ, ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ, ਜਾਂ ਨਿੱਜੀ ਤੁਹਾਡੀ ਕੀ ਰਾਏ ਹੈ, ਕਿਹੜੀ ਪਾਰਟੀ ਆਉਣੀ ਚਾਹੀਦੀ ਹੈ ਜਦ ਪੰਜਾਬ ਦਾ ਵਿਕਾਸ ਹੋ ਸਕਦਾ? ਵੇਖੋ ਜੀ, ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਆ, ਮੈਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੀ। ਔਰ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਸਾਰੇ ਚੰਗੇ ਨਹੀਂ, ਸਾਰੇ ਬੁਰੇ ਨਹੀਂ, ਸਾਰੇ ਇੱਕੋ ਜਿਹੇ ਨੇ। ਔਰ ਜੇ ਮੈਂ ਕਹਾਂ ਕਿ ਆ ਫਲਾਣੀ ਪਾਰਟੀ ਚੰਗੀ ਹੈ, ਚੰਗੇ ਲੋਕੀ ਨੇ, ਨੋ, ਸਾਰੇ 117 ਸੀਟਾਂ ਦੇ ਕਰਪਸ਼ਨ ਕਰ ਰਹੇ ਨੇ, ਰੇਤ ਮਾਫੀਆ ਕਰ ਰਹੇ ਨੇ, ਚੋਰ ਨੇ। ਮੈਂ ਕਿਸੇ ਨੂੰ ਸਪੋਰਟ ਨਹੀਂ ਕਰਦੀ, ਔਰ ਮੈਂ ਕਿਸੇ ਪਰਟੀਕੂਲਰ ਬੰਦੇ ਨੂੰ ਸਪੋਰਟ ਕਰ ਸਕਦੀ ਹਾਂ ਜੇ ਕੋਈ ਚੰਗਾ ਇਨਸਾਨ ਹੋਊਗਾ। ਮੈਂ ਕਹੂੰਗੀ ਕਿ ਵੀ ਆ ਬਾਈ ਚੰਗਾ ਹੈ, ਠੀਕ ਹੈ, ਇਹਨੂੰ ਮੈਂ ਪਰਸਨਲੀ ਜਾਣਦੀ ਹਾਂ, ਔਰ
ਉਹਦੀ ਮੈਂ ਉਸ ਬਾਰੇ ਕਹਿ ਸਕਦੀ ਹਾਂ। ਬਾਕੀ ਮੈਂ ਕਿਸੇ ਪਾਰਟਿਕੂਲਰ ਇੱਕ ਪਾਰਟੀ ਇੱਕ ਸੰਗਠਨ ਨੂੰ ਸਪੋਰਟ ਨਹੀਂ ਕਰ ਸਕਦੀ, ਕਿਉਂਕਿ ਮੈਨੂੰ ਨਹੀਂ ਪਤਾ ਉਸ ਸੰਗਠਨ ਦੇ ਵਿੱਚ ਕਿੰਨੇ ਚੋਰ ਨੇ, ਕਿੰਨੇ ਚੰਗੇ ਨੇ ਤੇ ਕਿੰਨੇ ਨਹੀਂ ਹੈ। ਸੋਨੀਆ, ਜਿਵੇਂ ਆਪਾਂ ਇਹ ਵੀ ਦੇਖਿਆ ਕਿ ਜਦੋਂ ਤੁਸੀਂ ਉੱਥੇ ਬਰਗਾੜੀ ਕਾਂਡ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਕਰਕੇ ਤੁਸੀਂ ਗ੍ਰਿਫਤਾਰੀ ਵੀ ਦਿੱਤੀ ਸੀਗੀ, ਤੇ ਉੱਥੇ ਜਿਹੜੇ ਹੁਣ ਸਿਮਰਜੀਤ ਮਾਨ ਹੋਣਾ ਜਿਹੜੇ ਹੁਣ ਰਾਮਗੜ੍ਹ ਤੋਂ ਜਿਹੜੇ ਖੜੇ ਵੀ ਹੋਣ ਲੱਗੇ ਆ, ਤੁਸੀਂ ਉਹਨਾਂ ਦਾ ਸਪੋਰਟ ਕਰੋਗੇ ਕਿ ਨਹੀਂ ਕਰੋਗੇ? ਵੇਖੋ ਜੀ, ਸਿਮਰਨਜੀਤ ਸਿੰਘ ਮਾਨ ਨੇ ਬਹੁਤ ਹੀ ਲਾਈਕ ਮੈਂ ਕਹਿੰਦੀ ਹਾਂ, ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ। ਉਹ ਬਹੁਤ ਹੀ ਜ਼ਿਆਦਾ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਕੌਮ ਵਾਸਤੇ ਇੱਕ ਸਟੈਂਡ ਰੱਖਿਆ ਔਰ ਹਮੇਸ਼ਾ ਉਸੇ ਚੀਜ਼ ਦੇ ਉੱਤੇ ਰਹੇ ਨੇ। ਔਰ ਉਹਨਾਂ ਨੇ ਕਦੀ ਪਾਵਰ ਦੀ ਤੇ ਪੈਸੇ ਦੀ ਕੋਈ ਪਰਵਾਹ ਨਹੀਂ ਕੀਤੀ। ਲਾਈਕ ਇੱਕ ਲਾਈਫ ਇੱਕੋ ਚੀਜ਼ ਵਾਸਤੇ ਦਿੱਤੀ ਹੈ। ਔਰ ਮੈਨੂੰ ਇੱਥੋਂ ਤੱਕ ਲੱਗਦਾ ਹੈ ਕਿ ਜੇ ਕੋਈ ਬੰਦੇ ਦਾ ਇੰਨਾ ਜ਼ਿਆਦਾ ਸਟੈਂਡ ਰਿਹਾ ਹੈ ਸਿੱਖ ਕੌਮ ਵਾਸਤੇ ਔਰ ਸਿੱਖੀ ਵਾਸਤੇ, ਇੱਕ ਧਰਮ ਵਾਸਤੇ, ਤੇ ਆਪਣੇ ਸਾਰੇ ਲੋਕਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਹਾਂ ਜ਼ਰੂਰ, ਜੇ ਮੈਨੂੰ ਉਹ ਬੁਲਾਉਣਗੇ ਤਾਂ ਮੈਂ ਜ਼ਰੂਰ ਉਹਨਾਂ ਦਾ ਸਮਰਥਨ ਕਰੂੰਗੀ। ਜੇ ਆਪਾਂ ਗੱਲ ਕਰੀਏ ਅੰਦੋਲਨ ਦੇ ਵਿੱਚ, ਇਹ ਵੀ ਜਿਹੜੀਆਂ ਚਰਚਾਵਾਂ ਉੱਠੀਆਂ ਸੀਗੀਆਂ ਕਿ ਜਦੋਂ ਸੋਨੀਆ ਮਾਨ ਨੇ ਕੀ ਅੰਦੋਲਨ ਲਈ ਕੀਤਾ ਹੈ, ਕਿਉਂਕਿ ਜਦ ਅਸੀਂ ਇੰਟਰਵਿਊ ਕਰਨ ਗਏ ਸੀ ਖੁਦ, ਤਾਂ ਬਲਵੀਰ ਸਿੰਘ ਰਾਜੇਵਾਲ ਹੋਣਾ ਦਾ ਬਿਆਨ ਸੀ, ਉਹਨਾਂ ਨੇ ਕਿਹਾ ਕਿ ਸੋਨੀਆ ਮਾਨ ਨੇ ਕੀ ਕੀਤਾ ਹੈ ਅੰਦੋਲਨ ਦੇ ਲਈ, ਕੀ ਉਹਦਾ ਯੋਗਦਾਨ ਆ। ਤਾਂ ਉਹਨਾਂ ਨੇ ਇਹ ਵੱਡਾ ਇੱਕ ਸਟੇਟਮੈਂਟ ਦਿੱਤਾ ਸੀ, ਤੇ ਜ਼ਰੂਰ ਇਹ ਇੱਛਾ ਰਹੀ ਸੀ ਕਿ ਜ਼ਰੂਰ ਜਾਣਾਂਗੇ ਕਿ ਇਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ। ਵੇਖੋ ਜੀ, ਉਹਨਾਂ ਨੂੰ ਜੇ ਲੱਗਦਾ ਹੈ ਕਿ ਮੈਂ ਅੰਦੋਲਨ ਲਈ ਕੀਤਾ ਹੈ, ਪਹਿਲੇ ਦਿਨ ਤੋਂ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਸਾਡੇ ਅੰਮ੍ਰਿਤਸਰ ਤੋਂ, ਔਰ ਉਦੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਔਰ ਇੰਨਾ ਮੈਨੂੰ ਲੱਗਦਾ ਰਾਜੇਵਾਲ ਸਾਹਿਬ ਵੀ ਨਹੀਂ ਹਜੇ ਗਏ ਹੋਣੇ ਪਿੰਡਾਂ ਦੇ ਵਿੱਚ ਅੰਦੋਲਨ ਦੇ ਦੌਰਾਨ। ਪਹਿਲੋਂ ਉਹਨਾਂ ਨੇ ਜ਼ਿੰਦਗੀ 'ਚ ਬਹੁਤ ਸੰਘਰਸ਼ ਕੀਤਾ, ਬਟ ਇਸ ਦੌਰਾਨ ਆਪਾਂ ਤੇ ਉਹਨਾਂ ਦੇ ਬੱਚਿਆਂ ਸਾਨੂੰ ਸਿੱਖਣ ਦਾ ਮੌਕਾ ਮਿਲਿਆ। ਅਸੀਂ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਜਾਗਰੂਕ ਕੀਤਾ। ਔਰ ਸਾਡੇ ਜਿਹੜਾ ਅੰਮ੍ਰਿਤਸਰ ਹਲਕਾ ਆ, ਉੱਥੇ ਇੱਕ ਦਿਨ ਦੇ ਵਿੱਚ 25 ਪਿੰਡ ਕੱਢੇ ਔਰ ਇੱਕ ਬਹੁਤ ਵੱਡੀ ਮਹਾਪੰਚਾਇਤ ਕਰਵਾਈ ਰਾਜਸਥਾਨੀ 'ਚ, ਜਿੱਥੇ 35 ਤੋਂ 40 ਹਜ਼ਾਰ ਦਾ ਇਕੱਠ ਸੀਗਾ। ਇਹ ਸੋਨੀਆ ਮਾਨ ਨੇ ਕੀਤਾ। ਸੋਨੀਆ ਮਾਨ ਦੇ ਫਾਦਰ ਨੇ ਕੀਤੀ ਕਿਸਾਨ ਯੂਨੀਅਨ ਸਟੇਟ ਲੈਵਲ ਦੇ ਲੀਡਰ ਸੀਗੇ, ਜਿਨ੍ਹਾਂ ਨੇ ਸ਼ਹਾਦਤ ਦੇ ਦਿੱਤੀ। ਔਰ ਆਈ ਥਿੰਕ ਬਹੁਤ ਸਾਲ ਪਹਿਲਾਂ 1960 ਦੇ ਵਿੱਚ ਇਲੈਕਟ੍ਰਿਸਿਟੀ ਬਿਜਲੀ ਬੋਰਡ ਦੀ ਲੜਾਈ ਹੋਈ ਸੀਗੀ। ਉੱਥੋਂ ਮੇਰੇ ਫਾਦਰ ਸਾਹਿਬ 75 ਡਬਲ ਟਰੱਕ ਜਨਤਾ ਭਰ ਕੇ ਚੰਡੀਗੜ੍ਹ ਲੈ ਕੇ ਆਏ ਸੀਗੇ, ਉਦੋਂ ਜਦੋਂ ਝੰਡਾ ਚੱਕ ਨੂੰ ਵੇਲੜ ਕਹਿੰਦੇ ਸੀਗੇ, ਰਾਈਟ। ਔਰ ਉਹ ਸੋਨੀਆ ਮਾਨ ਦਾ ਇਤਿਹਾਸ ਹੈ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ। ਔਰ ਸੋਨੀਆ ਮਾਨ ਨੇ ਹਰਿਆਣੇ ਦੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ, ਤਾਂ ਹੀ ਅੱਜ ਹਰਿਆਣੇ ਦੇ ਲੋਕੀ ਸੋਨੀਆ ਮਾਨ ਨੂੰ ਇੰਨਾ ਪਿਆਰ ਕਰਦੇ ਨੇ। ਸੋਨੀਆ ਮਾਨ ਨੇ ਮੋਹਾਲੀ ਦੇ ਵਿੱਚ ਰੈਲੀ ਕੀਤੀ, ਖਰੜ, ਮੋਹਾਲੀ, ਬਨੂੜ, ਪਤਾ ਨਹੀਂ ਕਿੱਥੇ ਕਿਹੜੇ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਤੰਬੂ ਲਾਉਣ ਲਈ ਜਾਗਰੂਕ ਕੀਤਾ। ਸੋਨੀਆ ਮਾਨ ਰਾਜਸਥਾਨ ਦੀ ਹਰ ਇੱਕ ਪੰਚਾਇਤ ਦੇ ਵਿੱਚ ਜਾ ਕੇ ਬੋਲੀ। ਸੋਨੀਆ ਮਾਨ ਯੂਪੀ ਲਖੀਮਪੁਰ ਖੀਰੀ ਸਭ ਤੋਂ ਪਹਿਲਾਂ ਪਹੁੰਚੀ। ਉਸ ਤੋਂ ਬਾਅਦ ਦੂਜੀ ਵਾਰੀ ਜਦੋਂ ਗਈ, 5 ਜ਼ਿਲ੍ਹਿਆਂ ਦੀ ਪੁਲਿਸ ਨੇ ਫੜ ਕੇ ਸੋਨੀਆ ਮਾਨ ਨੂੰ ਕੱਢਿਆ ਜਦੋਂ ਕਿਸੇ ਨੇ ਸਾਥ ਨਹੀਂ ਦਿੱਤਾ। ਸੋ ਜਿੰਨਾ ਸੋਨੀਆ ਮਾਨ ਤੋਂ ਹੋ ਸਕਦਾ ਸੀਗਾ, ਇਹ ਪੂਰਾ 1.5 ਸਾਲ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਇੱਕ ਦਿਨ ਵੀ ਸੋਨੀਆ ਮਾਨ ਨੇ ਆਪਣਾ ਕੰਮ ਨਹੀਂ ਕੀਤਾ, ਆਪਣੀ ਕੋਈ ਗਾਣਾ ਨਹੀਂ ਕੀਤਾ, ਆਪਣੀ ਕੋਈ ਫਿਲਮ ਨਹੀਂ ਕੀਤੀ। ਇੱਕ ਦਿਨ ਵੀ ਸੋਨੀਆ ਮਾਨ ਦੀ ਗੱਡੀ ਘਰ ਨਹੀਂ ਖੜੀ ਹੋਈ। ਸਵੇਰ ਤੋਂ ਲੈ ਕੇ ਸਵੇਰੇ ਨਿਕਲ ਜਾਂਦੀ ਸੀ। ਤੁਸੀਂ ਮੈਨੂੰ ਦੱਸੋ, ਇੱਕ ਦਿਨ ਦਾ ਇੰਡੈਵਰ ਦਾ ਗੱਡੀ ਦਾ ਤੇਲ ਕਿੰਨਾ ਲੱਗਦਾ ਆ? ਸੋਨੀਆ ਮਾਨ ਨੇ ਕੀ ਕੀਤਾ? ਸੋਨੀਆ ਮਾਨ ਨੇ ਕਿਸੇ ਤੋਂ ਫੰਡ ਲਿਆ? ਅੱਜ ਕੋਈ ਦੱਸ ਦੇ ਕਿ ਸੋਨੀਆ ਮਾਨ ਦੇ ਅਕਾਊਂਟ 'ਚ ਕਿਸੇ ਨੇ 1 ਰੁਪਿਆ ਵੀ ਪਾਇਆ ਹੋਵੇ ਕਿਸਾਨ ਅੰਦੋਲਨ ਵਾਸਤੇ। ਸੋਨੀਆ ਮਾਨ ਨੇ ਆਪਣੀਆਂ ਸਾਰੀਆਂ ਸੇਵਿੰਗਸ ਲਾਈਆਂ ਤਾਂ ਕਿ ਆਪਣੇ ਕਿਸਾਨਾਂ ਦੀ ਜਿੱਤ ਹੋ ਸਕੇ। ਸੋਨੀਆ ਮਾਨ ਨੇ ਉੱਥੋਂ ਮਾਈ ਭਾਗੋ ਚੈਰਿਟੀ ਸਟਾਰਟ ਕੀਤੀ। ਸੋਨੀਆ ਮਾਨ ਦੀ ਮਾਈ ਭਾਗੋ ਚੈਰਿਟੀ ਦਾ ਵੀ ਅਕਾਊਂਟ ਨਹੀਂ ਖੁੱਲ੍ਹਿਆ ਸੀਗਾ, ਸਗੋਂ ਆਪਾਂ ਉੱਥੇ ਵੀ ਲੋਕਾਂ ਨੂੰ ਇਹ ਸਟੇਟਮੈਂਟ ਲਾਈਵ ਜਾ ਕੇ ਕਹਿੰਦੇ ਸੀਗੇ ਵੀ ਸਾਨੂੰ ਇਹ ਚੀਜ਼ਾਂ ਦੀ ਲੋੜ ਹੈ, ਤੁਸੀਂ ਪਲੀਜ਼ ਇੱਥੇ ਆ ਕੇ ਦੇ ਦਿਓ। ਅਸੀਂ ਵੀਡੀਓ ਬਣਾ ਕੇ ਲੋਕਾਂ ਨੂੰ ਵੰਡ ਦਿੰਦੇ ਸੀਗੇ। ਅਸੀਂ ਕਿਸੇ ਤੋਂ ਅੱਜ ਤੱਕ 1 ਰੁਪਿਆ ਫੜਿਆ ਵੀ ਨਹੀਂ ਤੇ ਨਾ ਹੀ ਆਪਾਂ ਲੈਣਾ ਚਾਹੁੰਦੇ ਸੀਗੇ। ਹੁਣ ਮੈਨੂੰ ਤੇ ਇਹ ਵੀ ਨਹੀਂ ਪਤਾ ਸੀਗਾ, ਐਕਸਪੀਰੀਅੰਸ ਹੀ ਨਹੀਂ ਸੀਗਾ ਕਿ ਜਿਹੜੀ ਸੁਸਾਇਟੀ ਆ ਉਹ ਰਜਿਸਟਰ ਕਿਵੇਂ ਕਰਵਾਈ ਦੀ ਆ। ਹੁਣ ਰਜਿਸਟਰ ਕਰਵਾਈ ਆ। ਅੱਜ ਪਹਿਲਾ ਚੈੱਕ ਮੈਂ ਆਪਣੇ ਪਿੰਡ ਜਿਹੜੀਆਂ ਸਿਲਾਈ ਮਸ਼ੀਨਾਂ ਦਾ ਦੇ ਕੇ ਆਈ ਹਾਂ। ਹੁਣ ਅਸੀਂ ਉਹ ਚੈਰਿਟੀ ਦੇ ਥਰੂ ਕੰਮ ਕਰਨਾ ਸ਼ੁਰੂ ਕੀਤਾ ਆ, ਰਾਈਟ। ਮੈਂ ਹੋਰ ਬਾਕੀ ਹਰ ਇੱਕ ਬੰਦੇ ਦਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਆ, ਕੱਲਾ ਸੋਨੀਆ ਮਾਨ ਦਾ ਨਹੀਂ। ਉਹ ਹਰ ਇੱਕ ਬਜ਼ੁਰਗ, ਜਿਹੜੇ ਵਿਚਾਰੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਵੀ ਜਿਹੜੀਆਂ ਬਜ਼ੁਰਗ ਮਾਵਾਂ ਆ ਕੇ ਉੱਥੇ ਬਹਿੰਦੀਆਂ ਸੀਗੀਆਂ, ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਆ। ਜੇ ਉੱਥੇ ਆ ਕੇ ਨਹੀਂ ਨਾ ਬੈਠਦੇ ਤੇ ਫਿਰ ਅਸੀਂ ਕਦੀ ਮੋਰਚਾ ਨਹੀਂ ਜਿੱਤ ਸਕਦੇ ਸੀਗੇ। ਸਾਡੀ ਉਹ ਜਿਹੜੀ ਮੋਰਚੇ ਦੇ ਵਿੱਚ ਜਿਹੜੀ ਭੀੜ ਹੈ, ਉਹਨਾਂ ਦਾ ਯੋਗਦਾਨ ਹੈ। ਮੈਂ ਤਾਂ ਚਲੋ ਪਿੰਡਾਂ ਜਾ ਕੇ ਜਾਗਰੂਕ ਕਰਦੀ ਸੀਗੀ, ਬਟ ਉਹ ਵਿਚਾਰੀਆਂ ਬਜ਼ੁਰਗ ਮਾਵਾਂ ਘਰ ਛੱਡ ਕੇ ਉੱਥੇ ਬਹਿੰਦੀਆਂ ਸੀਗੀਆਂ, ਉਹਨਾਂ ਦਾ ਯੋਗਦਾਨ ਹੈ। ਹੁਣ ਜੇ ਆਪਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਹੁਣ ਤੁਹਾਡਾ ਕੋਈ ਰਾਜਨੀਤੀ 'ਚ ਆਉਣ ਵਾਲਾ ਕੋਈ ਪਲਾਨ ਹੋਵੇ ਜਾਂ ਕੋਈ ਦਿਲਚਸਪੀ ਹੋਵੇ ਕਿ ਹਾਂ ਵੀ ਮੈਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਹੈ? ਨਾਟ ਰਾਈਟ ਨਾਓ।
नो। ਤੇ ਜੋ ਚਰਚਾਵਾਂ ਉੱਠੀਆਂ ਸੀ ਅਕਾਲੀ ਦਲ ਦੀਆਂ, ਤੁਸੀਂ ਕਹਿੰਦੇ ਕਿ ਮੈਨੂੰ ਜ਼ਰੂਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜੁਆਇਨ ਕਰ ਲਓ ਜਾਂ ਕਿੱਦਾਂ, ਪਰ ਉਸ ਦੌਰਾਨ ਕਾਫੀ ਵਿਰੋਧ ਹੋਇਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਸੱਤਾ 'ਚ ਆਉਂਦੇ ਨੇ ਅੰਦੋਲਨਕਾਰੀ, ਕਦੀ ਵੀ ਸੱਤਾ 'ਚ ਨਹੀਂ ਆਉਂਦੇ, ਜਾਂ ਜੇ ਸੱਤਾ 'ਚ ਹੀ ਆਉਣਾ ਸੀ ਫਿਰ ਤੁਸੀਂ ਅੰਦੋਲਨ ਕਿਉਂ ਸ਼ੁਰੂ ਕੀਤਾ। ਉਸ ਦੌਰਾਨ ਇਹ ਜੋ ਜ਼ਰੂਰ ਦੇਖਿਆ ਗਿਆ ਕਿ ਸੋਨੀਆ ਮਾਨ ਨੂੰ ਕਾਫੀ ਜੇ ਅੰਦੋਲਨ ਨੂੰ ਲੈ ਕੇ ਜਾਂ ਫਿਰ ਸਿਆਸਤ ਦੀ ਗੱਲ ਕਰੀਏ, ਦੋਨਾਂ ਪਾਸੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜੇ ਉਹ ਟਾਈਮ ਪੀਰੀਅਡ ਦੀ ਗੱਲ ਕਰੀਏ ਸੋਨੀਆ ਮਾਨ ਦਾ ਕਿਹੋ ਜਿਹਾ ਰਿਹਾ ਸੀ? I was in deep depression that moment of time, ਔਰ ਮੈਂ ਕਦੀ ਨਹੀਂ ਫੇਸ ਕੀਤਾ ਸੀਗੇ ਆਪਣੀ ਲਾਈਫ ਵਿੱਚ, ਪਹਿਲੀ ਵਾਰੀ ਫੇਸ ਕੀਤਾ ਸੀਗਾ। ਔਰ ਇੰਨਾ ਝੂਠ ਬੋਲਦੇ ਨੇ ਲੋਕੀ ਵੀ ਜਿਹੜੇ ਉਸ ਚੀਜ਼ ਦੇ ਨਾਲ ਆਈ ਥਿੰਕ ਸੋ ਜਿਹੜੇ IT ਸੈਲਸ ਬਣਾਉਂਦੇ ਨੇ, ਔਰ ਜਿਹੜੀ ਉਸ ਨੈਗੇਟਿਵਿਟੀ ਦੇ ਨਾਲ ਜੁੜੇ ਹੁੰਦੇ ਨੇ, ਕਿ ਜਿਹਦੇ ਵਿੱਚ ਉਹ ਫੇਕ ਝੂਠੀਆਂ ਖਬਰਾਂ ਫੈਲਾਉਂਦੇ ਨੇ ਕਿਸੇ ਪ੍ਰਤੀ ਔਰ ਕਿਸੇ ਨੂੰ ਬਦਨਾਮ ਕਰਨ ਵਾਸਤੇ। ਔਰ ਖਾਸ ਕਰਕੇ ਤੇ ਜਿਹੜੇ ਉਸ ਮੁਹਾਲੀ ਦੇ ਇਲਾਕੇ ਦੇ ਦੂਜੇ ਆਪੋਜੀਸ਼ਨ ਪਾਰਟੀ ਵਾਲੇ ਆ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਉਹ ਹੀ IT ਸੈਲਸ ਦੇ ਥਰੂ ਗਾਲਾਂ ਕਢਵਾਉਂਦੇ ਨੇ ਔਰ ਬੁਲਵਾਉਂਦੇ ਨੇ ਔਰ ਦੂਜੇ ਬੋਲਦੇ ਨੇ। ਜਦ ਕਿ ਮੈਂ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦੀ ਕਿ ਆਈ ਐਮ ਨੋਟ ਇੰਟਰਸਟਿਡ ਇਨ ਪੋਲੀਟਿਕਸ ਰਾਈਟ ਨਾਓ, ਔਰ ਨਾ ਹੀ ਮੈਂ ਲੜ ਰਹੀ ਸੀ ਇਲੈਕਸ਼ਨ, ਨਾ ਮੈਂ ਲੜਨਾ ਚਾਹੁੰਦੀ ਹਾਂ ਹਜੇ। ਮੈਂ ਹਮੇਸ਼ਾ ਮੈਂ ਜਦੋਂ ਮੋਰਚੇ 'ਚ ਬਾਅਦ 'ਚ ਉਦੋਂ ਮੈਨੂੰ ਇਹ ਲੱਗਦਾ ਸੀਗਾ ਕਿ ਇਲੈਕਸ਼ਨ ਲੜਨੀ ਚਾਹੀਦੀ ਹੈ, ਰਾਈਟ। ਉਦੋਂ ਮੈਨੂੰ ਲੱਗਦਾ ਸੀਗਾ ਪੋਲੀਟਿਕਸ 'ਚ ਆਉਣ ਦੇ ਨਾਲ ਕੋਈ ਚੇਂਜ ਹੋ ਸਕਦਾ ਆ, ਰਾਈਟ। ਇਸੇ ਕਰਕੇ ਮੈਂ ਗੁਰਾਹ ਅੰਕਲ ਨੂੰ ਵੀ ਕਹਿੰਦੀ ਹਾਂ ਤੁਸੀਂ ਕਿਉਂ ਨਹੀਂ ਲੜਦੇ, ਕਿਉਂਕਿ ਮੈਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਸੀਗੀ। ਮੈਂ ਪੁੱਛਦੀ ਸੀਗੀ, ਆਪਾਂ ਹਰ ਇੱਕ ਚੀਜ਼ ਨੂੰ ਸਿੱਖਦੇ ਹਾਂ, ਮਤਲਬ ਰੋਜ਼ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਮੋਰਚੇ 'ਚ ਸਿੱਖਣ ਨੂੰ ਮਿਲਦਾ, ਹੁਣ ਵੀ ਸਿੱਖਣ ਨੂੰ ਮਿਲਦਾ। ਬਟ ਹੁਣ ਮੈਨੂੰ ਲੱਗਦਾ ਕਿ ਹਜੇ ਆਈ ਐਮ ਨੋਟ ਦੈਟ ਪ੍ਰੀਪੇਅਰਡ। ਇਹ ਜਿੰਨੇ ਵੀ ਲੋਕੀ ਆ ਨਾ, ਇਹ ਝੂਠ ਬੋਲਦੇ ਨੇ, ਮਤਲਬ ਗੇਮਸ ਖੇਡਦੇ ਨੇ, ਬਹੁਤ ਤਰੀਕੇ ਦੀ ਬੈਡ ਪੋਲੀਟਿਕਸ ਕਰਦੇ ਨੇ, IT ਸੈਲਸ ਚਲਾਉਂਦੇ ਨੇ, ਗਾਲਾਂ ਕਢਵਾਉਂਦੇ ਨੇ। ਮਤਲਬ ਅਸੀਂ ਨਹੀਂ ਕਰ ਸਕਦੇ, ਆਈ ਐਮ ਨੋਟ ਅ ਪੋਲੀਟੀਸ਼ੀਅਨ ਮੈਨ। ਇਹ ਬਹੁਤ ਗੰਦ ਆ, ਮਤਲਬ ਇਸ ਗੰਦ ਨੂੰ ਸਾਫ਼ ਕਰਨ ਲੱਗਿਆ ਮੈਨੂੰ ਨਹੀਂ ਪਤਾ ਕਿ ਵੀ ਕਿੰਨਾ ਟਾਈਮ ਲੱਗ ਜੂਗਾ। ਸੋ ਇਟਸ ਬੈਟਰ ਕਿ ਮੈਂ ਇੱਕ ਚੰਗਾ ਕੰਮ ਕਰਨਾ ਚਾਹੁੰਦੀ ਹਾਂ, ਮੈਂ ਇਹ ਗੰਦ ਦੇ ਵਿੱਚ ਕਿਉਂ ਵੜਾਂ। ਕਈ ਕਹਿੰਦੇ ਵੀ ਗੰਦ 'ਚ ਵੜ ਕੇ ਹੀ ਚਿੱਕੜ ਉਹ ਸਾਫ਼ ਹੁੰਦਾ ਹੈ, ਬਟ ਰਾਈਟ ਨਾਓ ਮੈਨੂੰ ਇਹ ਲੱਗਦਾ ਹੈ ਵੀ ਆਈ ਐਮ ਨੋਟ ਦੈਟ ਮੈਂਟਲੀ ਸਟਰੋਂਗ ਰਾਈਟ ਨਾਓ ਕਿ ਮੈਂ ਇਹ ਸਾਰੀਆਂ ਚੀਜ਼ਾਂ ਕਰ ਸਕਾਂ। ਮੈਂ ਸੋਸ਼ਲ ਵਰਕ ਕਰੂੰਗੀ, ਮੈਂ ਆਪਣੀ ਮਾਈ ਭਾਗੋ ਚੈਰਿਟੀ ਚਲਾਉਂਗੀ। ਮੈਂ ਮਾਈ ਭਾਗੋ ਜੀ ਨੂੰ ਆਪਣੀ ਇੰਸਪੀਰੇਸ਼ਨ ਮੰਨਦੀ ਹਾਂ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਕੱਲੇ ਜਾ ਕੇ ਉਹਨਾਂ ਨੇ ਜੰਗ ਲੜੀ ਸੀਗੀ। ਆਮ ਅ ਵੈਰੀ ਸਪਿਰਿਚੁਅਲ ਪਰਸਨ। ਮੈਂ ਆਪਣਾ ਜਿਹੜਾ ਕਰੂੰਗੀ ਆਪਣੀ ਜਥੇਬੰਦੀ ਦੇ ਥਰੂ ਕੰਮ ਕਰੂੰਗੀ, ਵਿਮਨ ਇੰਪਾਵਰਮੈਂਟ ਕਰੂੰਗੀ, ਕੁੜੀਆਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰੂੰਗੀ, ਪਿੰਡ ਦੇ ਵਿੱਚ ਕਿਸਾਨਾਂ ਨੂੰ ਐਜੂਕੇਟ ਕਰੂੰਗੀ, ਔਰ ਜੋ ਚੀਜ਼ਾਂ ਉਹਨਾਂ ਵਾਸਤੇ ਜਿਹੜੀਆਂ ਖਾਦਾਂ ਚੰਗੀਆਂ ਨੇ ਉਹਨਾਂ ਪ੍ਰਤੀ ਐਜੂਕੇਟ ਕਰੂੰਗੀ। ਇਹ ਮੇਰੇ ਵਾਸਤੇ ਹੈ ਇੱਕ ਸਾਫ਼ ਸੁਥਰਾ ਕੰਮ, ਨਾਟ ਗੈਟ ਇਨਟੂ ਦਿਸ। ਹੁਣ ਜੇ ਆਖਰੀ ਸਵਾਲ ਇਹੀ ਹੈ ਕਿ ਹੁਣ ਸੋਨੀਆ ਮਾਨ ਦੀ ਅਗਲੀ ਰਣਨੀਤੀ ਕੀ ਆ, ਤਾਂ ਮਿਸ਼ਨ ਕੀ ਆ ਸੋਨੀਆ ਮਾਨ ਦਾ? ਮੇਰਾ ਮਿਸ਼ਨ ਹੈ ਕਿ ਪੰਜਾਬ, ਹਰਿਆਣਾ, ਪੂਰੇ ਦੇਸ਼ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਕੁੜੀਆਂ ਦੇ ਵਾਸਤੇ ਰੋਜ਼ਗਾਰ ਖੋਲ੍ਹਾਂ ਔਰ ਉਹਨਾਂ ਨੂੰ ਰੋਜ਼ਗਾਰ ਦੇਵਾਂ ਔਰ ਕੁੜੀਆਂ ਨੂੰ ਜਾਗਰੂਕ ਕਰਾਂ, ਤਾਂ ਕਿ ਉਹ ਕੁੜੀਆਂ ਜਿਵੇਂ ਅੱਜ ਮੈਂ ਬਾਹਰ ਆ ਕੇ ਸਭ ਕੁਝ ਫੇਸ ਕੀਤਾ ਹੈ, ਉਹ ਵੀ ਆ ਕੇ ਜਥੇਬੰਦੀ ਦਾ ਹਿੱਸਾ ਬਣ ਔਰ ਇੱਕ ਵਿਮਨ ਇੰਪਾਵਰਮੈਂਟ ਦੀ ਗੱਲ ਕਰਕੇ ਔਰ ਕਿਸਾਨ ਜਥੇਬੰਦੀ ਚਲਾਉਣ ਔਰ ਕੁੜੀਆਂ ਆਉਣ ਬਾਹਰ ਵਿੱਚ ਔਰ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਰਨ ਕਰਨ। ਔਰ ਨਾਲ ਹੀ ਜਿਵੇਂ ਸਾਡੀ ਕਿਸਾਨ ਮਜ਼ਦੂਰ ਏਕਤਾ ਮੰਚ ਚੱਲੂਗਾ, ਨਾਲ ਸਾਡਾ ਮਾਈ ਭਾਗੋ ਚੈਰਿਟੀ ਚੱਲੂਗਾ, ਐਂਡ ਨਾਲ ਸਾਡੀ ਇੱਕ ਲੈਟਸ ਐਜੂਕੇਟ ਪੰਜਾਬ ਮੂਵਮੈਂਟ ਹੈ, ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਜ਼ ਬਣਾਉਣਾ ਚਾਹੁੰਦੇ ਹਾਂ। ਸੋ ਆਪਾਂ ਸੋਨੀਆ ਮਾਨ ਜੀ ਦੇ ਨਾਲ ਗੱਲਬਾਤ ਕੀਤੀ ਆ, ਕਾਫੀ ਮੁੱਦਿਆਂ ਦੇ ਉੱਤੇ ਚਰਚਾ ਹੋਈ ਆ ਔਰ ਆਪਣੇ ਪੱਖ ਪੂਰੇ ਬੇਬਾਕੀ ਦੇ ਨਾਲ ਸੋਨੀਆ ਮਾਨ ਨੇ ਰੱਖੇ ਨੇ। ਤਾਂ ਹੁਣ ਅਗਲੀ ਰਣਨੀਤੀ ਸੋਨੀਆ ਮਾਨ ਦੀ ਕੀ ਆ, ਤੁਸੀਂ ਆਉਣ ਵਾਲੇ ਦਿਨਾਂ 'ਚ ਖੁਦ ਦੇਖੋਗੇ। ਜਦ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਜਾਗਰੂਕ ਕਰਨਗੇ, ਜਦ ਕੁੜੀਆਂ ਸੜਕਾਂ 'ਤੇ ਉਤਰਨਗੀਆਂ, ਆਪਣੀ ਆਵਾਜ਼ ਬੁਲੰਦ ਕਰਨਗੀਆਂ, ਤਦ ਸੋਨੀਆ ਮਾਨ ਉਸ ਵਕਤ ਤੁਹਾਨੂੰ ਜ਼ਰੂਰ ਨਜ਼ਰ ਆਵੇਗੀ। ਕੈਮਰਾਮੈਨ ਜਸਕਰਨ ਦੇ ਨਾਲ ਮੈਂ ਸ਼ਿਖਾ, ਵੀ ਪੰਜਾਬੀ।